गुरुद्वारा पंजोकरा साहब ठीक सामने, और श्रद्धालु अंदर जा रहे हैं, दर्शन कर रहे हैं, मत्था टेक रहे हैं। और यहीं पे हमारे भाई साहब हैं फौजी साहब, चेहरे पे चमक लिए हुए। और आज इन्हीं की बदौलत मैं गुरुद्वारा साहब के अंदर आया हूँ। तमन्ना थी कहीं और जाने की, लेकिन गुरुओं ने गुरुद्वारे की तरफ हमारे कदमों को मोड़ दिया, जो हमारे लिए एक बहुत अच्छी बात आज हुई। और अब चलेंगे हम अंदर, गुरुद्वारे का बाहर का सीन। और मैं जानना चाहूँगा, आप गुरुद्वारे में यहाँ पे आते रहते हैं तकरीबन? हाँ जी, तकरीबन बड़ी शांति मिलती होगी, आप तो झुका देते हो अपने? कोई भी आके यहाँ जब शीश निभाता है, उसको खुद को अपने आप को अंदर सब कुछ ज्ञान होता है भी क्या है, भी मैं कहाँ आया हूँ, कितना सुख शांति मिलती है। दिल को एक सुकून, दिल को एक सच्ची शांति यहाँ पे मिलती है। और देखो इस साइड में चलेंगे अब हम देखेंगे यहाँ पे एक जो सरोवर है, जिसके बारे में बताया जाता है कि यहाँ पे जो नहा ले, वो गूंगा हो या और कोई बीमारी हो, किसी भी तरह का कोई दुख हो, उसका दुख दूर हो जाता है। और ये है देखो वो सरोवर साहब, जहाँ पे बीमारियाँ, हर तरह की बीमारियाँ कटती हैं। और एक बार फिर गुरुद्वारा साहब का भविष्य ऐतिहासिक जगह का एक नज़ारा ही अलग और लहराता हुआ। निशान साहब, वाहिगुरु जी की फतेह। यह पावन पवित्र स्थान गुरुद्वारा श्री पंजोखरा साहिब पातशाही 8वीं अंबाला। इस पावन पवित्र स्थान ते बाला प्रीतम साहिब श्री गुरु हरकृष्ण ਸਾਹਿਬ महाराज जी 1720 ਸੰਮਤ ਨੂੰ ਇੱਥੇ ਸਤਿਗੁਰੂ ਜੀ ਨੇ ਮੁਬਾਰਕ ਚਰਨ ਪਾ ਕਰਕੇ ਇਸ ਧਰਤੀ ਨੂੰ ਪਾਗ ਲਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਦੇ ਬੁਲਾਵੇ ਤੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਦਿੱਲੀ ਨੂੰ ਜਾਂਦਿਆਂ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਆਪਣੇ ਮੁਬਾਰਕ ਚਰਨ ਪਾਏ। ਸਾਧ ਸੰਗਤ, ਜਦੋਂ ਸਤਿਗੁਰੂ ਬਾਲਾ ਪ੍ਰੀਤਮ ਜੀ ਇਸ ਨਗਰ ਪੰਜੋਖਰਾ ਸਾਹਿਬ ਵਿਖੇ ਪਹੁੰਚੇ ਤਾਂ ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਤ, ਜੋ ਬਹੁਤ ਵਿਦਵਾਨ ਸੀ, ਉਸ ਨੂੰ ਜਦੋਂ ਪਤਾ ਲੱਗਾ ਕਿ ਬਹੁਤ ਸੰਗਤਾਂ ਦਾ ਇਕੱਠ ਹੈ, ਦੂਰ ਦਰੇਡਿਆਂ ਤੋਂ ਸੰਗਤਾਂ ਆਣ ਕੇ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰ ਰਹੀਆਂ ਨੇ, ਤਾਂ ਉਸ ਪੰਡਤ ਦੇ ਮਨ ਦੇ ਵਿੱਚ, ਲਾਲਚੰਦ ਪੰਡਤ ਦੇ ਮਨ ਵਿੱਚ ਸ਼ੰਕਾ ਉਤਪੰਨ ਹੋਇਆ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ। ਤੇ ਜਦੋਂ ਉਸ ਨੂੰ ਸਤਿਗੁਰਾਂ ਦੇ ਨਾਮ ਦੇ ਬਾਰੇ ਪਤਾ ਲੱਗਾ ਕਿ ਸਤਿਗੁਰੂ ਜੀ ਦਾ ਨਾਮ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਹੈ, ਤਾਂ ਉਸ ਦੇ ਮਨ ਵਿੱਚ ਸ਼ੰਕਾ ਆਇਆ ਕਿ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਹੋਏ ਹਨ, ਉਹਨਾਂ ਤੋਂ ਵੀ ਵੱਡਾ ਨਾਂ ਰਖਾ ਕੇ ਇਹ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਹਨ। ਤਾਂ ਉਹਨੇ ਸੰਗਤਾਂ ਦੇ ਪਾਸ ਜੋ ਗੁਰੂ ਕੇ ਸਿੱਖ ਖੜੇ ਸਨ, ਉਹਨਾਂ ਦੇ ਨਾਲ ਸ਼ੰਕਾ ਜ਼ਾਹਰ ਕੀਤਾ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ। ਤੇ ਫਿਰ ਇਹਨਾਂ ਨੇ ਆਪਣਾ ਨਾਮ ਦੁਆਪਰ ਦੇ ਅਵਤਾਰ ਕ੍ਰਿਸ਼ਨ ਦੇ ਨਾਲੋਂ ਵੀ ਵੱਡਾ ਰਖਾਇਆ ਹੋਇਆ ਹੈ। ਕੀ ਇਹ ਮੇਰੇ ਸਵਾਲਾਂ ਦਾ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹਨ? ਤਾਂ ਗੁਰੂ ਕੇ ਪਿਆਰਿਆਂ ਨੇ ਜਾ ਕਰਕੇ, ਗੁਰੂ ਕੇ ਸਿੰਘਾਂ ਨੇ ਸਤਿਗੁਰਾਂ ਨੂੰ ਜਾ ਕੇ ਦੱਸਣਾ ਕੀਤਾ ਕਿ ਸਤਿਗੁਰੂ ਜੀ, ਇਸ ਨਗਰ ਦਾ ਵਸਨੀਕ ਲਾਲਚੰਦ ਪੰਡਤ, ਉਹ ਆਪ ਜੀਆਂ ਦੇ ਉੱਪਰ ਸ਼ੰਕਾ ਕਰਦਾ ਹੈ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ, ਤੇ ਮੇਰੇ ਸਵਾਲਾਂ ਦੇ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਕਿ ਜਾਓ ਪੰਡਤ ਨੂੰ ਕਹੋ ਕਿ ਸਾਡੇ ਪਾਸ ਆਉਣ ਤੇ ਅਸੀਂ ਉਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਉਸ ਲਾਲਚੰਦ ਪੰਡਤ ਨੂੰ ਲੈ ਕੇ ਗਏ, ਤੇ ਉਹੀ ਸ਼ੰਕਾ, ਉਹੀ ਗੱਲਾਂ ਬਾਤਾਂ ਜੋ ਸਿੱਖਾਂ ਦੇ ਨਾਲ ਕਰ ਰਿਹਾ ਸੀ, ਉਹੀ ਜਾ ਕੇ ਸਤਿਗੁਰਾਂ ਦੇ ਸਨਮੁਖ ਕੀਤੀਆਂ ਕਿ ਸਤਿਗੁਰੂ ਜੀ, ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਹੋ ਤੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਦੇ ਨਾਲੋਂ ਵੀ ਵੱਡਾ ਨਾਂ ਰਖਾਇਆ ਹੈ। ਕਿ ਉਹਨਾਂ ਦੇ ਦੁਆਰਾ ਭਾਗਵਤ ਜੋ ਗੀਤਾ ਰਚਨਾ ਕੀਤੀ ਹੈ, ਉਹਦੇ ਅਰਥ ਕਰ ਸਕਦੇ ਹੋ, ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ? ਤਾਂ ਸਤਿਗੁਰੂ ਬਾਲਾ ਪ੍ਰੀਤਮ ਜੀ ਕਹਿਣ ਲੱਗੇ, ਹਾਂ ਪੰਡਤ ਜੀ, ਤੁਹਾਡੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹਾਂ, ਪਰ ਤੇਰਾ ਸ਼ੰਕਾ ਨਿਵਰਤ ਨਹੀਂ ਹੋਵੇਗਾ। ਕਾਰਨ ਕਿ ਅਸੀਂ ਗੁਰੂ ਪੋਤਰੇ, ਗੁਰੂ ਪੁੱਤਰ, ਤੇ ਹੁਣ ਅਸੀਂ ਖੁਦ ਇਸ ਗੱਦੀ ਦੇ ਵਾਰਸ ਹਾਂ। ਤੇ ਤੁਸੀਂ ਕਹਿਣਾ ਕਿ ਕਿਸੇ ਵਿਦਵਾਨ ਨੂੰ ਰੱਖ ਕੇ ਸਿੱਖ ਲਿਆ ਹੋਵੇਗਾ, ਸੁਣ ਲਿਆ ਹੋਵੇਗਾ, ਇਸ ਕਰਕੇ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਤੁਸੀਂ ਆਪਣੇ ਨਗਰ ਦੇ ਵਿੱਚੋਂ ਜਾ ਕਰਕੇ ਕਿਸੇ ਵੀ ਮਨੁੱਖ ਨੂੰ ਲੈ ਕੇ ਆਵੋ, ਉਹਨਾਂ ਦਾ, ਉਸ ਦੇ ਪਾਸੋਂ ਤੇਰੇ ਗੀਤਾ ਦੇ ਅਰਥ ਤੇ ਤੇਰੇ ਸਵਾਲਾਂ ਦਾ ਜਵਾਬ ਉਸ ਦੇ ਪਾਸੋਂ ਦਵਾਵਾਂਗੇ। ਤਾਂ ਲਾਲਚੰਦ ਪੰਡਤ ਨਗਰ ਦੇ ਵਿੱਚ ਗਿਆ, ਇੱਕ ਐਸੇ ਮਨੁੱਖ ਨੂੰ ਲੈ ਕੇ ਆਇਆ ਜੋ ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ ਸੀ। ਤਾਂ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਉਸ ਨਗਰ ਦੇ ਵਸਨੀਕ ਛੱਜੂ ਨੂੰ ਲੈ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਕਹਿਣਾ, ਕਿਤੇ ਜਾਓ, ਇਸ ਨੂੰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਕੇ ਲਿਆਵੋ, ਜੋ ਛਪੜੀ ਰੂਪ ਹੈ।
ਉਸ ਸਮੇਂ ਛਪੜੀ ਸੀ ਜਿੱਥੇ ਗਡਾਗਰੀ ਦਾ ਪਾਣੀ ਉਹਦੇ ਵਿੱਚ ਰੁਕਿਆ ਹੋਇਆ ਸੀ। ਜਾਓ ਇਸ ਨੂੰ ਛਪੜੀ ਦੇ ਵਿੱਚ ਇਸ਼ਨਾਨ ਕਰਾ ਕੇ ਲਿਆਵੋ ਤੇ ਸਾਫ਼ ਸੁਥਰੇ ਵਸਤਰ ਪਹਿਨਾ ਕੇ ਲਿਆਵੋ। ਉਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਕੀਤਾ ਕਿ ਉਹਦੇ ਸਾਫ਼ ਸੁਥਰੇ ਇਸ਼ਨਾਨ ਕਰਵਾਇਆ, ਫਿਰ ਸਾਫ਼ ਸੁਥਰੇ ਵਸਤਰ ਪਹਿਨਾਏ ਤੇ ਸਤਿਗੁਰਾਂ ਦੇ ਪਾਸ ਲੈ ਕੇ ਗਏ। ਤੇ ਜਦੋਂ ਆਸ-ਪਾਸ ਸੰਗਤਾਂ ਬੈਠੀਆਂ, ਇੱਕ ਪਾਸੇ ਲਾਲ ਚੰਦ ਪੰਡਤ ਬੈਠਾ, ਸਤਿਗੁਰੂ ਜੀ ਬੈਠੇ ਨੇ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਲਾਲ ਚੰਦ ਪੰਡਤ ਨੂੰ ਕਹਿਣਾ ਕੀਤਾ ਕਿ ਆਪ ਸ਼ਲੋਕ ਦਾ ਉਚਾਰਨ ਕਰੋ, ਗੀਤਾ ਦਾ ਸ਼ਲੋਕ ਉਚਾਰਨ ਕਰੋ, ਤੇਰੇ ਹਰ ਸਵਾਲ ਦਾ ਜਵਾਬ ਇਹ ਛੱਜੂ ਦੇਵੇਗਾ। ਤਾਂ ਕਹਿਣ ਲੱਗਾ ਮਹਾਰਾਜ ਇਸ ਇਨਸਾਨ ਦੇ ਵੱਸ ਦੀ ਗੱਲ ਨਹੀਂ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਇਹ ਗੱਲਾਂ ਦੁਹਰਾਈਆਂ ਕਿ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਤਾਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਹੈ, ਇਸ ਕਰਕੇ ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਇਹ ਕਰੇਗਾ। ਆਪ ਗੀਤਾ ਦਾ ਸ਼ਲੋਕ ਉਚਾਰਨ ਕਰੋ। ਤਾਂ ਉਸ ਸਮੇਂ ਕਹਿਣ ਲੱਗਾ ਠੀਕ ਹੈ ਮਹਾਰਾਜ, ਆ ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰ ਰਹੇ ਹੋ, ਮੈਂ ਤੁਹਾਡੇ ਕਹਿਣ ਅਨੁਸਾਰ ਸ਼ਲੋਕ ਬੋਲ ਦਿੰਦਾ ਹਾਂ, ਪਰ ਇਸ ਇਨਸਾਨ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਮੇਰੇ ਸਨਮੁਖ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਟਿਕ ਸਕਦੇ, ਮੈਂ ਉਹਨਾਂ ਦੇ ਧਾਰਮਿਕ ਗ੍ਰੰਥ ਜਿੱਦ ਕਰਕੇ ਚੁੱਕ ਲਿਆਉਣਾ ਹਾਂ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਤੇ ਇਸ ਨੇ ਗੀਤਾ ਦਾ ਸ਼ਲੋਕ ਉਚਾਰਨ ਕਰਨ ਲੱਗਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਜੀ ਆਪਣੇ ਹੱਥ ਵਿੱਚ ਛੜੀ ਰੱਖਿਆ ਕਰਦੇ ਸਨ। ਉਹ ਹੱਥ ਦੀ ਛੜੀ ਉਹਦੇ ਸਿਰ ਤੇ ਰੱਖੀ ਤੇ ਤੋਤੇ ਵਾਂਗੂ ਬੋਲਣ ਲੱਗਾ। ਐਸੇ ਦਿਵ ਦ੍ਰਿਸ਼ਟੀ ਗੀਤਾ ਦੇ ਅਰਥ ਕੀਤੇ ਕਿ ਪੰਡਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਤਾਂ ਬਹੁਤ ਗੂੰਗਾ ਬਹਿਰਾ ਸੀ ਤੇ ਅਲਪੱਗ ਜੀਵ ਸੀ, ਪਰ ਇਹ ਤਾਂ ਐਸਾ ਵਿਦਵਾਨ ਬਣ ਗਿਆ। ਇਹੋ ਜਿਹੇ ਅਰਥ ਦਿਵ ਦ੍ਰਿਸ਼ਟੀ ਕਦੀ ਮੈਂ ਨਹੀਂ ਕਰ ਸਕਿਆ, ਇਹ ਤਾਂ ਕਮਾਲ ਹੋ ਗਈ। ਦੂਸਰਾ ਜਦੋਂ ਸ਼ਲੋਕ ਬੋਲਿਆ, ਅਗਲੀਆਂ ਪੰਕਤੀਆਂ ਪਿੱਛੇ ਪਿਛਲੀਆਂ ਅੱਗੇ ਬੋਲਣ ਲੱਗਾ, ਤਾਂ ਛੱਜੂ ਨੇ ਰੋਕ ਕੇ ਕਿਹਾ, ਪੰਡਤ ਜੀ ਇਤਨੇ ਵੱਡੇ ਗਿਆਨੀ ਹੋ ਕੇ ਗੀਤਾ ਦੀ ਬਾਣੀ ਗਲਤ ਪੜ੍ਹ ਰਹੇ ਹੋ, ਇਹਨਾਂ ਦਾ ਅਰਥ ਅਤੇ ਇਹਨਾਂ ਦੀ ਬਾਣੀ ਦਾ ਉਚਾਰਨ ਇਸ ਪ੍ਰਕਾਰ ਹੈ। ਤਾਂ ਪੰਡਤ ਦਾ ਹੈਰਾਨ ਹੋਇਆ ਤੇ ਪਛਤਾਵਾ ਕੀਤਾ ਤੇ ਸਤਿਗੁਰਾਂ ਦੇ ਤਰਨਾਂ ਤੇ ਟੈਪਿਆ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਬਾਲਕ ਜਾਣ ਕਰਕੇ ਅਵਗਿਆ ਕਰ ਬੈਠਾ ਹਾਂ, ਪਰ ਮੇਰੀ ਹੁਣ ਨਿਸ਼ਾ ਹੋ ਗਈ ਹੈ, ਮੈਨੂੰ ਬਖਸ਼ ਲਵੋ ਤੇ ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ, ਨਹੀਂ, ਆਪਣੇ ਧਰਮ ਵਿੱਚ ਰਹਿ ਕੇ ਆਪਣੇ ਧਰਮ ਦੀ ਸੇਵਾ ਕਰੋ ਤੇ ਧਰਮ ਦਾ ਪ੍ਰਚਾਰ ਕਰੋ, ਇਸ ਕਰਕੇ ਵਿਦਿਆ ਕਰਕੇ ਹੰਕਾਰ ਨਹੀਂ ਕਰਨਾ, ਇਸ ਤੋਂ ਤੁਸੀਂ ਵਿਵਰਜਿਤ ਰਹੋ। ਤਾਂ ਪੰਡਤ ਜੀ ਕਹਿਣ ਲੱਗੇ, ਨਹੀਂ, ਹੁਣ ਮੈਂ ਆਪ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਤੇ ਮੈਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲਵੋ, ਆਪਣਾ ਸੇਵਕ ਬਣਾ ਲਵੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੀ ਵਾਰ-ਵਾਰ ਬੇਨਤੀ ਕੀਤੀ ਤੇ ਆਪਣਾ ਚਰਨਾਮਤ ਜਰ ਦਿੱਤਾ ਤੇ ਆਪਣਾ ਸਿੱਖ ਬਣਾਇਆ। ਫਿਰ ਲੰਮਾ ਸਮਾਂ ਉਸਨੇ ਇਸ ਇਲਾਕੇ ਵਿੱਚ ਸੇਵਾ ਕੀਤੀ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਤੇ ਉਸ ਜਮੇ 'ਚ ਪਹਿਲੀ ਵਾਰ ਅੰਮ੍ਰਿਤ ਤਿਆਰ ਹੋਇਆ। ਉਸ ਅੰਮ੍ਰਿਤ ਸੰਚਾਰ ਦੇ ਵਿੱਚ ਇਹ ਲਾਲ ਚੰਦ ਪੰਡਤ ਵੀ ਹਾਜ਼ਰ ਹੋਇਆ ਤੇ ਉੱਥੋਂ ਅੰਮ੍ਰਿਤ ਛਕਿਆ। ਲਾਲ ਚੰਦ ਤੋਂ ਲਾਲ ਸਿੰਘ ਬਣਿਆ ਤੇ ਫਿਰ ਸਮਾਂ ਬਤੀਤ ਹੋਇਆ। ਐਸਾ ਸਮਾਂ ਆਇਆ ਕਿ ਜਦੋਂ ਚਮਕੌਰ ਦੀ ਗੜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ 10 ਲੱਖ ਵੈਰੀਆਂ ਦੇ ਨਾਲ ਲੋਹਾ ਲੈਂਦਿਆਂ ਇਹ ਭਾਈ ਲਾਲ ਚੰਦ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਸ਼ਹੀਦ ਹੋਏ। ਤੇ ਅੱਜ ਵੀ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਸਦਕਾ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਗੂੰਗੇ ਬੋਲੇ ਬੱਚੇ ਆ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਤੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਬੋਲਣ ਦੀ ਸਿਮਰਨ ਬੋਲਣ ਦੀ ਦਾਤ ਦਿੰਦੇ ਨੇ। ਤੇ ਹੋਰ ਵੀ ਕੋਈ ਬਿਮਾਰੀ ਹੋਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਹਨਾਂ ਦੇ ਸਰ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਕਰਦੇ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਾਲਾ ਪ੍ਰੀਤਮ ਜੀ ਦੀ ਵਡਿਆਈ ਕਰਦਿਆਂ ਹੋਇਆਂ ਬਚਨ ਉਚਾਰਨ ਕੀਤੇ ਸੀ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਕਿ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧਿਆਉਂਦਾ ਹੈ ਉਹਦੇ ਸਰ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਅੱਜ ਵੀ ਇਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਦੇ ਸਦਕਾ ਇਸ ਸਥਾਨ ਤੇ ਰੋਗੀਆਂ ਦੇ ਰੋਗ ਦੂਰ ਹੁੰਦੇ ਨੇ। ਜੋ ਵੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਉਹਨਾਂ ਦੀਆਂ ਭਾਵਨਾਵਾਂ ਪੂਰਨ ਹੁੰਦੀਆਂ ਹਨ। ਇਸ ਪਾਵਨ ਅਸਥਾਨ ਦੀ ਜਿਹੜੀ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਡਰ ਹੈ ਤੇ ਇਸ ਪਾਵਨ ਅਸਥਾਨ ਤੇ ਗੁਰੂ ਕਾ ਲੰਗਰ 24 ਘੰਟੇ ਚੱਲਦਾ ਹੈ। ਸੰਗਤਾਂ ਦੇ ਰਹਿਣ ਵਾਸਤੇ ਬਹੁਤ ਸੁੰਦਰ ਸਰਾਂ ਹੈ। ਹਰ ਸਮੇਂ ਸੰਗਤ ਦੀ ਆਓ ਭਗਤ ਦੇ ਲਈ ਪਾਵਨ ਅਸਥਾਨ ਦੇ ਮੈਨੇਜਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਅਤੇ ਦਾਸਰਿਆਂ ਵੱਲੋਂ ਇਹ ਉਚਾਰਾ ਹੁੰਦਾ ਹੈ ਕਿ ਗੁਰੂ ਦੀਆਂ ਸੰਗਤਾਂ ਇੱਥੋਂ ਖੁਸ਼ ਹੋ ਕੇ ਜਾਣ ਤੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਜਾਣ। ਸੋ ਇਸ ਅਸਥਾਨ ਤੇ ਆਉਣ ਦੇ ਲਈ ਆਪ ਜੀ ਨੇ ਜਦੋਂ ਵੀ ਆਉਣਾ ਅੰਬਾਲਾ ਕਹਿ ਕਰਕੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਦਾ ਦੱਸਣਾ ਹੈ ਤੇ ਆਪ ਜੀ ਨੂੰ ਇੱਥੇ ਪਹੁੰਚਾ ਸਕਦੇ ਹਾਂ। ਤੇ ਇਸ ਲਈ ਸਾਧ ਸੰਗਤ 24 ਘੰਟੇ ਇੱਥੇ ਗੁਰੂ ਦੀਆਂ ਸੇਵਾਵਾਂ, ਗੁਰੂ ਦਾ ਜਿਹੜਾ ਅਸਥਾਨਾਂ ਦੀ ਸੇਵਾ ਹੈ ਸੰਤ ਬਾਬਾ ਜਗਤਾਰ ਸਿੰਘ ਜੀ, ਸੰਤ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਸਮੇਂ ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਹੈ। ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾ ਦੇ ਵਿੱਚ ਯੋਗਦਾਨ ਪਾਉਣ ਤੇ ਇਸ ਅਸਥਾਨ ਤੇ ਆਣ ਕਰਕੇ ਆਪਣੇ ਬੱਚਿਆਂ ਨੂੰ ਜੋ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਉਹਨਾਂ ਨੂੰ ਇੱਥੇ ਇਸ਼ਨਾਨ ਕਰਾਓ ਤੇ ਬਾਲਾ ਪ੍ਰੀਤਮ ਦੀ ਕਿਰਪਾ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਉਹਨਾਂ ਦੇ ਸਰ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਕਰਨਗੇ। ਸੋ ਇਸ ਸਥਾਨ ਤੇ ਆਉਣ ਤੇ ਜੀਆਂ ਆਇਆਂ। ਧੰਨਵਾਦ। वाहिगुरु जी का खालसा, वाहिगुरु जी की फतेह। आप सुन रहे थे अभी गुरुद्वारा पंजोखरा साहब बिल्कुल ठीक सामने, और एक शानदार गुरुद्वारा अम्बाले का, जहाँ पे
ये बताया जाता है कि कोई भी लंगड़ा लूला या कोई गूंगा या किसी भी तरह की कोई बीमारी हो, जो भी यहाँ पे सरोवर के अंदर आके स्नान कर ले और सच्चे दिल से यहाँ पे प्रार्थना करे तो उसकी हर बीमारी दूर हो जाती है। एक ऐसा गुरुद्वारा जो अपने आप में एक अनूठा है, और गुरु हरिकृष्ण साहब जी ने छोटी सी उम्र के अंदर जो यहाँ पे बताया था कि किसी ने उनकी एक परीक्षा लेने की कोशिश की थी, गुरु साहब ने एक ऐसे इंसान को सामने अपने रखा कि जो बोल भी नहीं सकता था, कुछ बता नहीं सकता था, लेकिन उसको इतनी शक्ति दी कि उसने पूरे जवाब दिए। बहुत बहुत धन्यवाद जी आप।